यो बलाबलो महला पंजवा। सुख निदान सुख निदान प्रीतम प्रभ मेरे अगणत गुण ठाकुर प्रभ तेरे। मोहि अनाथ मोहि अनाथ तुमरी शरणाई कर कृपा हर चरण ते आई। दया करो दया करो बसो मन आए। मोहि निर्गुण लीचै लड़ लाई रहाओ। प्रभ चित आवे तां कैसी पीड़ हर सेवक नाही जम पीड़। प्रभ चित आवे तां कैसी पीड़ हर सेवक नाही जम पीड़। सर्ब दुख हर सिमरत नसी जाके संग सदा प्रभ बसै। प्रभ का नाम मन तन आधार। बिसरत नाम होबत तन चार। प्रभ चित आए पूर्ण सब काज हर बिसरत सब का मोहताज। चरण कमल संग लागी प्रीत बिसर गई सब दुर्मत रीत। मन तन अंतर मन तन अंतर हर हर मंत नानक भगतन कै कर सदा आनंद। नानक भगतन कै कर सदा आनंद। जबर छतर तख दे मालक सतगुरु गुरु ग्रंथ साहिब महाराज जी की बख्शिश द्वारा रब्बी शरण दे विच बैठे गुरु प्यारो आप सब भागे हों। बाणी दी विचार सुन दा सुभाग मिले। आओ बाणी सुनिए समझिए ते जिंदगी विच कमाईए। सब ने गुरफतेह दी सांझ पाउणी प्यार विच भिज के बोलना जी आखियो वाहिगुरु जी का खालसा वाहिगुरु जी की फतेह। सतगुरु गुरु अर्जन साहिब महाराज जी का पावन शब्द आपां बलावल राग दे विचों आपस विच सांझा कीता है। बलावल महला पंजवां। रहाव दा जो बंद है उस बंद विच पातशाह ने बख्शिश की है। दया करो बसो मन आए।
ਦਇਆ ਕਰੋ। हे ਵਾਹਿਗੁਰੂ, हे ਪ੍ਰਮਾਤਮਾ, हे ਅਕਾਲ ਪੁਰਖ ਵਾਹਿਗੁਰੂ ਜੀ, ਮੇਰੇ ਤੇ ਦਇਆ ਕਰੋ। ਦਇਆ ਦਾ ਅਰਥ ਹੈ ਤਰਸ ਕਰੋ, ਮੇਰੇ ਤੇ ਰਹਿਮ ਕਰੋ। ਤੇ ਪਰ ਬਾਣੀ ਵਿੱਚੋਂ ਆਪਾਂ ਪੜ੍ਹਦੇ ਹਾਂ ਨਾ, ਉਹ ਪ੍ਰਮਾਤਮਾ ਤਾਂ ਅਕਾਲ ਪੁਰਖ ਤਾਂ ਸਦਾ ਹੀ ਦਿਆਲੂ ਆ, ਉਹ ਤਾਂ ਸਦਾ ਹੀ ਦਇਆ ਕਰਦਾ, ਉਹ ਤਾਂ ਸਦਾ ਹੀ ਹਰ ਇੱਕ ਜੀਵ ਤੇ ਤਰਸ ਕਰਦਾ। ਸਾਡੇ 'ਚ ਤਰਸ ਹੈ ਨਹੀਂ ਹੈ ਉਹ ਅਲੱਗ ਗੱਲ ਆ, ਪਰ ਰੱਬ ਦਾ ਸੁਭਾਅ ਹੀ ਤਰਸ ਵਾਲਾ। ਉਹ ਤਾਂ ਮਿਹਰ ਕਰਦਾ ਹਰ ਰੋਜ਼, ਉਹ ਤਾਂ ਹਰ ਰੋਜ਼ ਦਇਆ ਕਰਦਾ, ਤਰਸ ਕਰਦਾ ਹੈ। ਪਰ ਪੰਜਵੇਂ ਪਾਤਸ਼ਾਹ ਨੇ ਇੱਕ ਆਪਣੇ ਹਾਵ ਭਾਵ ਵਿੱਚ ਪਹੁੰਚ ਕੇ, ਆਪਣੇ ਪਿਆਰ ਦੇ ਆਗਾਜ਼ ਵਿੱਚ ਭਿੱਜ ਕੇ ਇੱਕ ਬੇਨਤੀ ਕੀਤੀ ਹੈ, ਮੇਰੇ ਤੇ ਦਇਆ ਕਰ, ਮੇਰੇ ਤੇ ਮਿਹਰ ਕਰ। ਕਾਸ਼ ਬਾਣੀ ਸੁਣਦੇ ਆਂ, ਪੜ੍ਹਦੇ ਆਂ, ਸਮਝਦੇ ਆਂ, ਸਾਲਾਂ ਦੇ ਸਾਲ ਬੀਤ ਗਏ, ਅੱਜ ਤੱਕ ਸ਼ਾਇਦ ਤੁਸੀਂ ਸੂਝਵਾਨ ਹੋ, ਸਿਆਣੇ ਹੋ, ਤੁਹਾਡੀ ਭਾਵਨਾ ਸ਼ੁੱਧ ਹੋਵੇ, ਮੈਂ ਨਹੀਂ ਕਹਿ ਸਕਦਾ, ਪਰ ਅੱਜ ਤੱਕ ਕਿਸੇ ਨੇ ਆਪਣੇ ਵੱਲੋਂ ਤਾਂ ਕੀ ਕਰਨੀ ਆ, ਕਿਸੇ ਰੱਬੀ ਪਿਆਰੇ ਵੱਲੋਂ ਵੀ ਉਸ ਵਾਹਿਗੁਰੂ ਪਰਮੇਸ਼ਰ ਪਰਮਾਤਮਾ ਅੱਗੇ ਇੱਦਾਂ ਦੀ ਅਰਦਾਸ ਨਹੀਂ ਕਰਾਈ। ਕਿਹੜੀ? ਵੀ ਸਾਡੇ ਤੇ ਦਇਆ ਕਰ। ਅਰਦਾਸਾਂ ਕਰਾਈਆਂ ਨੇ, ਕੀਤੀਆਂ ਨੇ, ਬਹੁਤ ਕੀਤੀਆਂ ਕਰਾਈਆਂ, ਪਰ ਕਦੇ ਇਹ ਨਹੀਂ ਕਿਹਾ ਵੀ ਦਇਆ ਕਰ, ਵੀ ਸਾਡੇ ਤੇ ਮਿਹਰ ਕਰ। ਸਾਡੇ ਤੇ ਜੇ ਕਿਹਾ ਨਾ ਵੀ ਕਿਰਪਾ ਕਰ, ਮਿਹਰ ਕਰ, ਜੇ ਕਿਹਾਗਾ ਤਾਂ ਉਹ ਕਿਸ ਭਾਵ ਵਿੱਚ ਕਿਹਾਗਾ? ਤਾਂ ਇਸ ਭਾਵ ਵਿੱਚ ਕਿਹਾਗਾ, ਸਾਡੇ ਤੇ ਮਿਹਰ ਕਰ। ਕਾਹਦੀ? ਅਸੀਂ ਬਿਮਾਰ ਪਏ ਹਾਂ, ਸਾਰੇ ਠੀਕ ਹੋ ਜਾਈਏ। ਚਲੋ ਉਹ ਬਖਸ਼ਿਸ਼ ਕਰਦਾ, ਐਸੀ ਗੱਲ ਨਹੀਂ ਵੀ ਨਹੀਂ ਕਰਦਾ, ਪਰ ਜਿਸ ਹਾਵ ਭਾਵ ਨੂੰ ਗੁਰੂ ਸਾਹਿਬ ਜੀ ਨੇ ਆਪਣੇ ਜੀਵਨ ਵਿੱਚ ਸਮਝਦਿਆਂ ਹੋਇਆਂ ਗੱਲ ਕਹੀ, ਆਪਾਂ ਉਹ ਦੇਖਣੀ ਆ। ਸਾਡੇ ਤੇ ਮਿਹਰ ਕਰ ਕਿਸ ਰੂਪ ਦੇ ਵਿੱਚ? ਉਹ ਆਪਾਂ ਕਿਸੇ ਹੋਰ ਰੂਪ ਚ ਮੰਗਦੇ ਆ। ਭਾਵ ਗੁਰੂ ਕੀ ਕਹਿੰਦਾ? ਗੁਰੂ ਇਹ ਕਹਿੰਦਾ ਵੀ ਆਹ ਰੂਪ ਦੇ ਵਿੱਚ ਦਇਆ ਮੰਗ। ਕਿਹੜੇ ਰੂਪ ਦੇ ਵਿੱਚ? ਮੈਂ ਤੇਰੇ ਲੜ ਲੱਗ ਜਾਵਾਂ, ਮਿਹਰ ਕਰ, ਤਰਸ ਕਰ, ਮੇਰੇ ਨਾਲ ਪਿਆਰ, ਮੁਹੱਬਤ, ਇਸ਼ਕ ਕਰ, ਮੈਂ ਤੇਰੇ ਨਾਲ ਜੁੜ ਜਾਵਾਂ, ਤੇਰੇ ਵਿੱਚ ਇੱਕ ਮਿੱਕ ਹੋ ਜਾਵਾਂ। ਇੱਕ ਮਿੱਕਤਾ ਦੀ ਅਰਦਾਸ ਨਹੀਂ ਕੀਤੀ, ਆਪਸ ਵਿੱਚ ਵਿਚਾਰ ਸਾਂਝੇ ਹੋ ਜਾਣ, ਇਦਾਂ ਦੀ ਅਰਦਾਸ ਨਹੀਂ ਕੀਤੀ। ਅਰਦਾਸ ਕੀਤੀ ਜ਼ਰੂਰ ਆ, ਉਹ ਕੁਛ ਹੋਰ ਪੱਖ ਨੂੰ ਦੇਖ ਕੇ ਕੀਤੀ ਆ। ਤਾਂ ਇੱਥੋਂ ਆਪਾਂ ਨੂੰ ਸਿੱਖਿਆ ਲੈ ਲੈਣੀ ਚਾਹੀਦੀ ਆ ਵੀ ਜੇ ਗੁਰੂ ਅਰਜਨ ਸਾਹਿਬ ਮਹਾਰਾਜ ਕਹਿ ਰਹੇ ਨੇ ਮੇਰੇ ਤੇ ਦਇਆ ਕਰੋ, ਤੇ ਸਾਨੂੰ ਵੀ ਕਹਿ ਦੇਣਾ ਚਾਹੀਦਾ। ਇਹਦੇ ਵਿੱਚ ਕੋਈ ਹਰਜ ਨਹੀਂ ਹੈ, ਇਹਦੇ ਵਿੱਚ ਕੋਈ ਅਤ ਕਥਨ ਹੀ ਨਹੀਂ ਹੈ ਵੀ ਕਿਉਂ ਕਿਹਾ। ਕਹਿ ਦੇਣਾ ਚਾਹੀਦਾ ਵੀ ਸਾਡੇ ਤੇ ਵੀ ਮਿਹਰ ਕਰੋ। ਵੈਸੇ ਉਹ ਹੈ ਮਿਹਰ ਦਾ ਵਾਹਿਗੁਰੂ ਮਾਲਕ ਘਰ ਹੈ, ਦਿਆਲੂ, ਕਿਰਪਾਲੂ, ਦਇਆ ਦਾ, ਤਰਸ ਦਾ ਉਹ ਘਰ ਹੈ। ਤਰਸ ਪਿਆ ਮਿਹਰਾ ਮਤ ਹੋਈ, ਸਤਿਗੁਰ ਸੱਜਣ ਮਿਲਿਆ। ਸੱਜਣ ਨੂੰ ਮਿਲਣ ਦੀ ਅਰਦਾਸ ਕਰੀਏ, ਸੱਜਣ ਨੂੰ ਮਿਲਣ ਵੇਲੇ ਕੀ ਕਹਿਣਾ? ਸਾਡੇ ਤੇ ਮਿਹਰ ਕਰ, ਸਾਡੇ ਤੇ ਦਇਆ ਕਰ। ਇੱਕ ਗੱਲ ਗੁਰੂ ਨੇ ਹੋਰ ਨਾਲ ਕਹਿ ਦਿੱਤੀ ਵੀ ਦਇਆ ਦਾ ਪਾਤਰ ਜ਼ਰੂਰ ਬਣ ਜਾ। ਦਇਆ ਦਾ ਪਾਤਰ, ਜਿਹਨੂੰ ਆਪਾਂ ਲੈਕ ਕਹਿ ਦਈਏ। ਉਦਾਹਰਨਾਂ ਸ਼ਰਾਬਾਂ ਦੀਆਂ ਬੋਤਲਾਂ 'ਚ, ਲਿਬੜੀਆਂ 'ਚ, ਜਿਨ੍ਹਾਂ ਵਿੱਚ ਸ਼ਰਾਬ ਹੋਵੇ, ਜ਼ਹਿਰ ਹੋਵੇ, ਉਹਨਾਂ 'ਚ ਕਦੇ ਅੰਮ੍ਰਿਤਮਈ ਦੁੱਧ ਨਹੀਂ ਪੈਂਦਾ। ਕੀ ਕਹਿਣਾ ਪੈਂਦਾ? ਪਹਿਲਾਂ ਵਿੱਚੋਂ ਜ਼ਹਿਰ ਕੱਢ ਦੇ, ਫਿਰ ਦੁੱਧ ਪਊਗਾ। ਪਹਿਲਾਂ ਇਹਨੂੰ ਸਾਫ਼ ਕਰ ਲਾ, ਫਿਰ ਦੁੱਧ ਪਊਗਾ। ਮੈਲੇ ਬਰਤਨਾਂ ਵਿੱਚ ਕਦੇ ਖੁਰਾਕ ਨਹੀਂ ਪੈਂਦੀ, ਸਫਾਈ ਵਾਲੇ ਬਰਤਨਾਂ 'ਚ ਹੀ ਚੰਗੀ ਖੁਰਾਕ ਪਾਈਦੀ ਆ। ਇਵੇਂ ਜਿਵੇਂ ਸਾਨੂੰ ਆਪਣਾ ਸਰੀਰਕ ਭਾਂਡਾ ਸ਼ੁੱਧ ਕਰ ਲੈਣਾ ਚਾਹੀਦਾ, ਫਿਰ ਉਹ ਵਾਹਿਗੁਰੂ ਜ਼ਰੂਰ ਦਇਆ ਕਰਦਾ ਹੈ। ਦਇਆ ਕਰੋ, ਜੋ ਗੱਲ ਆਪਾਂ ਕਹਿ ਦਿੱਤੀ ਪਾਤਸ਼ਾਹ ਨੇ ਇੱਥੇ ਲਿਖ ਦਿੱਤੀ, ਮਨ ਆਏ।
ਮੇਰੇ ਮਨ ਵਿੱਚ ਆ ਜਾ। ਹੁਣ ਸਾਡੇ ਮਨ ਤੋਂ ਗੁਰੂ ਬਾਹਰ ਆ, ਚੇਤਾ ਰੱਖਿਓ, ਸਾਡੇ ਮਨ ਤੋਂ ਗੁਰੂ ਬਾਹਰ ਹੈ। ਜੇ ਕੋਈ ਪੁੱਛੇ ਵੀ ਭਾਈ ਤੂੰ ਕਦੇ ਆਪਣੇ ਘਰ ਵਿੱਚ ਗੁਰੂ ਨੂੰ ਲੈ ਕੇ ਗਿਆ ਗਾ, ਅਸੀਂ ਕਹਾਂਗੇ ਵੀ ਹਾਂ ਲੈ ਕੇ ਗਏ ਆ। ਕਹਾਂਗੇ ਅਸੀਂ ਸਾਰੇ ਵੀ ਹਾਂ, ਅਸੀਂ ਤਾਂ 6 ਮਹੀਨਿਆਂ ਬਾਅਦ ਹੀ ਲੈ ਜਾਂਦੇ ਆ। ਜੇ ਕੋਈ ਪੁੱਛੇ ਵੀ ਆਪਣੇ ਮਨ 'ਚ ਗੁਰੂ ਨੂੰ ਲੈ ਕੇ ਗਿਆ ਗਾ, ਤੇ ਫਿਰ ਇੱਥੇ ਕੰਮ ਟੇਢਾ ਹੋ ਜਾਊਗਾ ਵੀ ਨਹੀਂ, ਮਨ 'ਚ ਨਹੀਂ ਗੁਰੂ ਨੂੰ ਲੈ ਕੇ ਗਏ। ਮਨ 'ਚੋਂ ਗੁਰੂ ਬਾਹਰ ਹੈ, ਮਨ ਵਿੱਚੋਂ, ਮਨ ਰੂਪੀ ਕਮਰੇ 'ਚੋਂ ਕਹਿ ਲਓ ਗੁਰੂ ਬਾਹਰ ਆ। ਇਹ ਤਾਂ ਕਦੇ ਵੀ ਨਹੀਂ ਬੈਠੂਗਾ। ਮਨ 'ਚ ਤਾਂ ਕੀ ਬਹਿ ਗਿਆ, ਮਨ 'ਚ ਤਾਂ ਕੁਛ ਹੋਰ ਹੀ ਛੁਪਿਆ ਪਿਆ, ਤਾਗੇ ਤਬੀਤ ਕਬਰਾਂ ਮੜੀਆਂ ਮਸਾਣਾ ਜੋ ਬਾਹਰ ਨਿਕਲਣੀਆਂ ਫੇਰ ਹੀ ਗੁਰੂ ਆ ਕੇ ਬੈਠੂਗਾ। ਜੇ ਉਹੀ ਅੰਦਰ ਰੌਲਾ ਪਾਈ ਜਾਂਦੇ ਆ ਨਾ, ਜਗ੍ਹਾ ਰੋਕੀ ਬੈਠੇ ਨੇ, ਤੇ ਫਿਰ ਗੁਰੂ ਨੂੰ ਥਾਂ ਕਿੱਥੇ ਹੈ। ਆਪਾਂ ਮੰਗ ਲਈ ਵੀ ਸਾਨੂੰ ਪੀੜੇ ਜਿੰਨੀ ਥਾਂ ਦੇ ਦੇ, ਆਪਾਂ ਕਹਿ ਦਿੱਤਾ ਚਰਨਾਂ 'ਚ ਨਿਵਾਸ ਬਖਸ਼ੀ, ਉਹ ਕਹਿੰਦਾ ਮੈਂ ਤਾਂ ਬਖਸ਼ ਦੂੰ, ਤੂੰ ਵੀ ਮੇਰੇ ਤੇ ਕਿਰਪਾ ਕਰਨਾ। ਮਤਲਬ ਤੂੰ ਵੀ ਦਇਆ ਦਾ ਪਾਤਰ ਬਣ। ਦਇਆ ਕਰਹੋ ਬਸੋ ਮਨ ਆਏ, ਮੋਹਿ ਨਿਰਗੁਣ ਲੀਜੈ ਲੜ ਲਾਏ। ਰਹਾਓ, ਮੈਨੂੰ ਨਿਰਗੁਣ ਨੂੰ, ਗੁਣਾ ਤੋਂ ਰਹਿਤ ਜ਼ਿੰਦਗੀ ਜਿਉਣ ਵਾਲੇ ਨੂੰ ਤੂੰ ਆਪਣੇ ਚਰਨਾਂ ਦੇ ਨਾਲ ਜੋੜਦਾ। ਮੈਨੂੰ ਨਿਰਗੁਣ ਨੂੰ, ਮੇਰੇ ਵਿੱਚ ਗੁਣ ਕੋਈ ਨਹੀਂ, ਆਪਣੇ ਚਰਨਾਂ ਦੇ ਨਾਲ ਜੋੜ ਲੈ। ਰਹਾਓ, ਇਹ ਰਹਾਓ ਦੇ ਬੰਦ ਵਿੱਚ ਪੂਰਾ ਨਿਚੋੜ ਕੀ ਦੱਸਿਆ, ਅਸੀਂ ਗੁਰੂ ਅੱਗੇ ਅਰਦਾਸ ਕਰੀਏ। ਗੁਰੂ ਨੂੰ ਅਰਦਾਸ ਵਿੱਚ ਕਹਿਣਾ ਕੀ ਆ, ਆਪਣੀ ਭਾਵਨਾ ਨੂੰ ਥੋੜਾ ਜਿਹਾ ਪਾਸੇ ਕਰਕੇ, ਥੋੜਾ ਜਿਹਾ, ਚਲੋ ਬਹੁਤਾ ਨਹੀਂ ਆਪਾਂ ਮੰਗਣਾ, ਸਭ ਕੁਛ ਹੈ, ਦੂਜਾ ਪੱਖ ਨਹੀਂ ਲੈਣਾ। ਫਿਰ ਮੰਗਣਾਗਾ ਸਾਡੇ ਤੇ ਦਇਆ ਕਰ, ਉਹ ਦੱਸੂਗਾ ਦਇਆ ਦਾ ਪਾਤਰ ਬਣ ਜਾ। ਫਿਰ ਤੂੰ ਦਇਆ ਕਰਨ ਤੋਂ ਬਾਅਦ ਮੰਗਿਆ ਕੀ ਆ, ਮੇਰੇ ਮਨ 'ਚ ਆ ਕੇ ਬਹਿ ਜਾ। ਹੁਣ ਦੇਖੋ, ਇੱਕ ਤਾਂ ਗੁਰੂ ਨੂੰ ਹੀ ਮੰਗ ਲੈਣਾ, ਮੇਰੇ ਮਨ 'ਚ ਆ ਕੇ ਬਹਿ ਜਾ, ਇੱਕ ਗੁਰੂ ਤੋਂ ਦਾਤ ਮੰਗਣੀ। ਜੀ ਹੁਣ ਆਪਾਂ ਇੱਥੇ ਪ੍ਰਸ਼ਨ ਕਰੀਏ ਵੀ ਗੁਰੂ ਵੱਡਾ ਕਿ ਗੁਰੂ ਦੀ ਦਾਤ ਵੱਡੀ ਆ, ਗੁਰੂ ਵੱਡਾ ਕਿ ਦਾਤ ਵੱਡੀ ਆ, ਤੇ ਫਿਰ ਆਪਾਂ ਨੂੰ ਕਹਿਣਾ ਪਊ ਗੁਰੂ ਵੱਡਾ, ਦਾਤ ਨਹੀਂ ਵੱਡੀ। ਸਾਡਾ ਸੁਭਾਅ ਪਾਣੀ ਵਾਂਗੂ ਦਾਤਾਂ ਵੱਲ ਭੱਜ ਲਿਆ, ਮਤਲਬ ਨੀਵੇਂ ਵਾਲੇ ਪਾਸੇ ਭੱਜ ਲਿਆ। ਸੁਭਾਅ ਨੂੰ, ਮਨ ਦੇ ਵਿਚਾਰਾਂ ਨੂੰ ਉੱਚੇ ਵਾਲੇ ਪਾਸੇ ਲੈ ਕੇ ਚੱਲ ਗਏ, ਫਿਰ ਅਸੀਂ ਦਇਆ ਦੇ ਪਾਤਰ ਬਣ ਸਕਦੇ ਹਾਂ। ਫਿਰ ਪਾਸੇ ਜ਼ਿਕਰ ਕਰਦੇ ਨੇ, ਸੁਖ ਨਿਧਾਨ ਪ੍ਰੀਤਮ ਪ੍ਰਭ ਮੇਰੇ। ਹੁਣ ਇੱਥੇ ਮਾਣ ਦੇ ਨਾਲ ਨਾ, ਬਹੁਤ ਜ਼ਿਆਦਾ ਖੁਸ਼ੀ ਦੇ ਨਾਲ ਇਹ ਗੱਲ ਕਹੀ ਆ, ਸੁਖ ਨਿਧਾਨ ਕੌਣ ਆਗਾ, ਪ੍ਰੀਤਮ ਪ੍ਰਭ ਮੇਰੇ। ਭਾਈ ਮੈਨੂੰ ਮੇਰੇ ਮਾਲਕ ਤੇ ਨਾ ਮਾਣ ਆ, ਇਸ ਗੱਲ ਦਾ ਫਖਰ ਆ ਵੀ ਮੇਰਾ ਮਾਲਕ ਨਾ ਸੁੱਖਾਂ ਦਾ ਖਜ਼ਾਨਾ ਹੈ। ਸੁੱਖ ਨਿਧਾਨ, ਨਿਧਾਨ ਤੋਂ ਭਾਵ ਖਜ਼ਾਨਾ, ਮੇਰਾ ਵਾਹਿਗੁਰੂ ਸੁੱਖਾਂ ਦਾ ਖਜ਼ਾਨਾ ਹੈ। ਤੇ ਹੋਰ ਦੁਨੀਆ ਵਿੱਚ ਕਿਤੇ ਸੁੱਖਾਂ ਦਾ ਖਜ਼ਾਨਾ ਨਹੀਂ ਹੈ। ਆਪਾਂ ਇੱਕ ਬੰਨੋ ਨਾ ਲੱਭਦੇ ਜਾਈਏ, ਆਪਣਾ ਦੇਸ਼ ਵੀ ਲੰਘੇ, ਦੂਜਾ ਦੇਸ਼ ਵੀ ਲੰਘੇ, ਤੀਜਾ ਵੀ ਲੰਘੇ, 7 8 20 50 ਜਿੰਨੇ ਸਾਡੇ ਧਿਆਨ 'ਚ ਆਉਂਦੇ ਨੇ, ਜਿੰਨੇ ਅਸੀਂ ਪਾਰ ਕਰ ਸਕਦੇ ਹਾਂ ਉਨੇ ਦੇਸ਼ ਪਾਰ ਕਰ ਜਾਈਏ, ਲੱਭਦੇ ਜਾਈਏ। ਲੱਭਣਾ ਕੀ ਆ, ਸੁੱਖ ਦੀ ਦੁਕਾਨ ਲੱਭਣੀ ਵੀ ਕਿਤੋਂ ਸੁੱਖ ਮਿਲਦਾ ਹੋਵੇ, ਕਿਤੇ ਸੁੱਖਾਂ ਦਾ ਖਜ਼ਾਨਾ ਪਿਆ ਹੋਵੇ, ਮੈਂ ਚੱਕ ਲਿਆਵਾਂ। ਬਾਣੀ 'ਚ ਵੀ ਲਿਖਿਆ ਨਾ, ਸੁੱਖ ਨਾਹੀਂ ਬਹੁਤਾ ਧਨ ਖੱਟ ਹੈ, ਸੁੱਖ ਨਾਹੀਂ ਬਹੁ ਦੇਸ ਕਮਾਏ। ਕਿੰਨੇ ਦੇਸਾਂ 'ਚ ਮਰਜੀ ਜਾਵੜਾ, ਸੁੱਖ ਨਹੀਂ ਕਿਤੋਂ ਮਿਲੂਗਾ, ਸੁੱਖ ਨਾਹੀਂ। ਤੇ ਸੁੱਖ ਕਿੱਥੇ ਆ, ਮੇਰੇ ਪ੍ਰੀਤਮ ਕੋਲੇ। ਜਿੱਥੇ ਸੁੱਖ ਆ ਉੱਥੇ ਤਾਂ ਆਈ ਨਹੀਂ ਆਪਾਂ, ਜਿੱਥੇ ਸੁੱਖ ਆ ਨਾ ਉੱਥੇ ਤਾਂ ਆਪਾਂ ਪਹੁੰਚੇ ਨਹੀਂ ਹਾਂ। ਚਲੋ ਇਹਦੀ ਗੱਲ ਨਾਲ ਤੁਸੀਂ ਸਾਰੇ ਸਹਿਮਤ ਹੋ, ਤੁਸੀਂ ਰੋਜ਼ ਦੇ ਬਾਣੀ ਪੜ੍ਹਨ ਵਾਲੇ, ਸੁਣਨ ਵਾਲੇ ਹੋ। ਆਪਾਂ ਨੂੰ ਆਉਣਾ ਕਿੱਥੇ ਚਾਹੀਦਾ ਸੀਗਾ, ਜਿੱਥੇ ਗੱਲ ਕੀਤੀ ਹੈ ਸੁੱਖ ਨਿਧਾਨ ਪ੍ਰੀਤਮ ਪ੍ਰਭ ਮੇਰੇ। ਉਹ ਸੁੱਖ ਨਿਧਾਨ ਪ੍ਰੀਤਮ ਤਾਂ ਤੇਰੀ ਝੌਂਪੜੀ ਵਿੱਚ ਵੀ ਤੈਨੂੰ ਮਿਲ ਸਕਦਾ, ਘਰ ਵਿੱਚ ਵੀ ਮਿਲ ਸਕਦਾ। ਕਿਤੇ ਇਹ ਨਹੀਂਗਾ ਵੀ ਸਪੈਸ਼ਲ ਉਹ ਰਹਿੰਦਾ ਕਿ ਦੱਖਣ ਵਿੱਚ ਰਹਿੰਦਾ ਜਾਂ ਪੱਛਮ ਵਿੱਚ ਰਹਿੰਦਾ, ਦੱਖਣ ਦੇਸ ਹਰੀ ਕਾ ਬਾਸਾ ਕਿ ਹੈ ਨਾ, ਭਾਵ ਉਹ ਪਰਮਾਤਮਾ ਤਾਂ ਤੇਰੇ ਅੰਦਰ ਹੀ ਵਸਦਾ ਹੈ। ਉਸ ਸੁੱਖ ਨਿਧਾਨ ਪਰਮਾਤਮਾ ਨੂੰ ਥੋੜਾ ਜਿਹਾ ਪਛਾਣਨ ਦੀ ਕੋਸ਼ਿਸ਼ ਕਰ। ਅੱਗੇ ਆਪਾਂ ਗੱਲ ਕਰਦੇ ਹੁੰਦੇ ਸੀ ਦੇਖਣ ਦੀ, ਦਿਖ ਤਾਂ ਚਲੋ ਤੁਹਾਨੂੰ ਗਿਆ ਹੀ ਹੋਊਗਾ, ਹੁਣ ਗੱਲ ਕੀ ਆ, ਪਛਾਣਨ ਦੀ। ਪਛਾਣ, ਬੰਦਾ ਬਾਹਰੋਂ ਆਇਆ, ਦੇਖ ਤਾਂ ਲਿਆ ਸਾਰਿਆਂ ਨੇ ਵੀ ਕਹੇ ਜਾਗਾ,
ਪਰ ਪਛਾਣ ਵੱਡੀ ਗੱਲ ਹੈਗੀ। ਪਛਾਣ ਕਰ, ਇਹ ਚੋਰ ਆ, ਇਹ ਠੱਗ ਆ, ਇਹ ਮਿੱਤਰ ਆ, ਇਹ ਰੱਬੀ ਪਿਆਰਾ, ਕੌਣ ਆ, ਇਹਦੀ ਪਹਿਚਾਣ ਕਰ। ਹੁਣ ਸੁੱਖ ਨਿਧਾਨ ਮਿਲ ਗਿਆ ਵੀ ਉਹ ਸਾਹਮਣੇ ਬੈਠਾ, ਸੁੱਖਾਂ ਦਾ ਖਜ਼ਾਨਾ ਗੁਰੂ ਗ੍ਰੰਥ ਸਾਹਿਬ। ਉਹ ਕੀ ਕਹਿੰਦਾ ਗਾ ਵੀ ਸੁੱਖ ਨਿਧਾਨ ਪ੍ਰੀਤਮ ਪ੍ਰਭ ਮੇਰਾ। ਫਿਰ ਉਹਨੇ ਸਾਨੂੰ ਦੱਸਤਾ ਵੀ ਇਦੋਂ ਮੇਰੇ ਨੂੰ ਵੱਡਾ ਇੱਕ ਹੋਰ ਵੀ ਬੈਠਾ ਗਾ। ਉਹ ਕੌਣ ਹੈਗਾ? ਪ੍ਰੀਤਮ ਪਰਮਾਤਮਾ। ਠੀਕ ਹੈ ਨਾ। ਇੱਕ ਥੋੜੀ ਜਿਹੀ ਬੇਨਤੀ ਹੋਰ ਆ, ਸੁੱਖ ਨਿਧਾਨ ਇੱਥੇ ਜ਼ਿਕਰ ਕੀਤਾ ਪਰਮਾਤਮਾ ਦਾ, ਵੀ ਪਰਮਾਤਮਾ ਸੁੱਖ ਨਿਧਾਨ ਹੈ। ਜਿਹੜੀ ਬੇਨਤੀ ਆ ਉਹ ਇਹ ਆ ਵੀ ਕਈ ਵਾਰ ਸਾਡੇ ਸੁਣਨ ਵਿੱਚ ਆਉਂਦਾ, ਸਾਡੇ ਸੁਣਨ ਵਿੱਚ ਇਹ ਗੱਲ ਆਉਂਦੀ ਆ, ਨਸ਼ਈ ਲੋਕ, ਨਸ਼ੇ ਕਰਨ ਵਾਲੇ, ਸੁੱਖੇ ਨੂੰ ਇੱਕ ਸਾਡੇ ਖੇਤਾਂ 'ਚ ਨਾ ਜੇਠ ਵਾਲੇ ਦਿਨਾਂ 'ਚ, ਹੁਣ ਇਹ ਤੋਂ ਬਾਅਦ ਗਰਮੀ 'ਚ ਸੁੱਖੇ ਦੇ ਬੂਟੇ ਜ਼ਿਆਦਾਤਰ ਸੂਏ, ਕੱਸੀਆਂ, ਸਾਂਝੀਆਂ ਥਾਵਾਂ ਤੇ ਬਹੁਤ ਹੋ ਜਾਂਦੇ ਨੇ। ਤੇ ਉਹ ਸੁੱਖੇ ਦੇ ਬੂਟੇ ਨੂੰ ਮਤਲਬ ਕਿ ਇੱਕ ਨਸ਼ੀਲਾ ਪਦਾਰਥ ਮੰਨਿਆ ਜਾਂਦਾ ਗਾ, ਨਸ਼ੇ ਵਾਲਾ ਪਦਾਰਥ। ਨਸ਼ੇ ਦੀ ਬੂਟੀ ਜਿਹਨੂੰ ਕਹਿੰਦੇ, ਉਹ ਭੰਗ, ਉਹਦੇ ਤੋਂ ਤਿਆਰ ਹੁੰਦੀ ਆ ਸੁਲਫਾ, ਗਾਂਜਾ, ਬੜੇ ਨਾਂ ਰੱਖੇ ਵੇ ਨਸ਼ਾ ਕਰਨ ਵਾਲਿਆਂ ਨੇ। ਕੋਈ ਕਿਸ ਰੂਪ ਦੇ ਵਿੱਚ ਉਹਨੂੰ ਵਰਤਦਾ ਤੇ ਕੋਈ ਕਿਸ ਰੂਪ ਦੇ ਵਿੱਚ ਵਰਤਦਾ। ਉਹ ਲੋਕ ਜਾਂ ਉਹਨਾਂ ਨਾਲ ਸਹਿਮਤ ਲੋਕ ਕੀ ਕਹਿੰਦੇ ਨੇ? ਕਹਿੰਦੇ ਬਾਣੀ 'ਚ ਵੀ ਲਿਖਿਆ ਵੀ ਸੁੱਖ ਨਿਧਾਨ ਛਕਣਾ ਜਾਂ ਛਕਾਉਣਾ ਚੰਗਾ ਹੁੰਦਾ। ਉਹ ਕਹਿੰਦੇ ਨੇ ਚੰਗਾ ਹੁੰਦਾ ਗਾ। ਫਿਰ ਉਦਾਹਰਣ ਕੀ ਦਿੰਦੇ ਨੇ? ਇਹ ਤਾਂ ਜੀ ਗੁਰੂਆਂ ਨੇ ਵੀ ਛਕਿਆ, ਕੋਈ ਸ਼ੱਕ ਨਹੀਂ। ਹੁਣ ਮੰਨ ਲਓ, ਚਲੋ ਬਹੁਤੇ ਸਾਡੇ ਵੇਸ ਦੇ ਵਿੱਚ ਨੇ, ਲਿਬਾਸ ਦੇ ਵਿੱਚ ਨੇ, ਕਿਰਪਾਨਾਂ ਪਾਈਆਂ, ਚੋਲੇ ਪਾਏ ਨੇ, ਦੁਮਾਲੇ ਬੰਨੇ ਆ, ਉਹ ਵੀ ਸੁੱਖੇ ਦੀ, ਉਹ ਨਸ਼ੀਲੇ ਪਦਾਰਥ ਦੀ ਬੂਟੀ ਦੀ ਵਰਤੋਂ ਕਰਦੇ ਆ। ਮੇਲਿਆਂ 'ਚ ਤਾਂ ਆਮ ਹੀ ਰਗੜ ਰਗੜ ਪਈ ਜਾਂਦੇ ਹੁੰਦੇ ਆ। ਚਲੋ ਉਹਦੇ ਰੂਪ ਬਹੁਤ ਨੇ, ਕੋਈ ਕਿਸੇ ਰੂਪ 'ਚ ਉਹਨੂੰ ਵਰਤਦਾ ਤੇ ਕੋਈ ਕਿਸੇ ਰੂਪ 'ਚ ਵਰਤਦਾ ਹੈਗਾ, ਅੱਡੋ ਅੱਡ। ਪਰ ਬਾਣੀ ਦੇ ਵਿੱਚ ਜੇ ਲਿਖਿਆ ਨਾ, ਤਾਂ ਇਹ ਸੁੱਖ ਨਿਧਾਨ ਰੱਬ ਨੂੰ ਕਿਹਾ ਗਾ, ਨਾ ਕਿ ਉਹ ਨਸ਼ੀਲੀ ਬੂਟੀ ਨੂੰ। ਇੰਨਾ ਜ਼ਰੂਰ ਧਿਆਨ ਰੱਖਣਾ ਗਾ ਵੀ ਨਾ ਭਾਈ, ਇਹ ਨਸ਼ੇ ਵਾਲੀ ਬੂਟੀ ਨਾਲ ਨਾ ਤੂੰ ਰੱਬ ਦਾ ਨਾਂ ਨਾ ਮੇਰਾ। ਉਹ ਇੱਕ ਅਲੱਗ ਗੱਲ ਆ ਵੀ ਇਹ ਜੀਵ ਆ ਜਿਹੜਾ, ਉਹ ਪੌਦਾ ਜਿਹੜਾ ਉਹ ਉੱਗਿਆ ਰੱਬ ਦੇ ਹੁਕਮ 'ਚ ਹੀ ਆ, ਇਹਦੇ ਵਿੱਚ ਕੋਈ ਸ਼ੱਕ ਨਹੀਂ। ਦੂਸਰੀ ਗੱਲ, ਜਿਹੜੀ ਗੱਲ ਉਹਨਾਂ ਨੇ ਕਹੀ ਆ, ਇੱਥੋਂ ਵਿੱਚੋਂ ਥੋੜੀ ਜਿਹੀ ਕਹਿ ਦਈਏ ਆਪਾਂ ਵੀ ਜਿਹੜੀ ਗੱਲ ਕਹੀ ਆ ਨਾ ਵੀ ਗੁਰੂ ਸਾਹਿਬ ਵੀ ਸਕਦੇ ਸੀ, ਕੋਈ ਸ਼ੱਕ ਨਹੀਂ, ਕੋਈ ਸ਼ੱਕ ਨਹੀਂ ਛਕਿਆ, ਕੋਈ ਸ਼ੱਕ ਨਹੀਂ ਛਕਿਆ। ਪਰ ਕਦੋਂ? ਇਹ ਵੇਖਣਾ ਆਪਾਂ, ਛਕਿਆ ਪਰ ਕਦੋਂ। ਕਿਉਂਕਿ ਅੱਜ ਸਾਡੇ ਪਿੰਡਾਂ 'ਚ ਇੱਕ ਇੱਕ ਗਲੀ 'ਚ ਮੈਡੀਕਲ ਦੀਆਂ 2-2 3-3 ਦੁਕਾਨਾਂ ਨੇ। ਤੁਹਾਡੀ ਕੋਈ ਵੀ ਟੰਗ ਬਾਂਹ ਦੁਖਦੀ ਆ ਤੇ ਆਪਾਂ ਦਵਾਈ ਲੈ ਲੈਂਦੇ ਆ, ਤੇ ਉਹਨਾਂ ਦਵਾਈਆਂ 'ਚ ਕੀ ਪਾਇਆ ਹੋਇਆ? ਆਹੀ ਕੁਛ ਪਾਇਆ ਹੋਇਆ। ਸੋਚੋ, ਹੁਣ ਥੋੜਾ ਸਮਝੋ ਇਸ ਗੱਲ ਨੂੰ। ਉਹਨਾਂ ਵਕਤਾਂ 'ਚ, ਹੁਣ ਅੱਜ ਤੋਂ ਆਪਾਂ 500 ਸਾਲ ਪਿੱਛੇ ਜਾਓ, 400 ਸਾਲ ਪਿੱਛੇ ਜਾਓ, ਕਿੰਨੇ ਸਾਲ ਪਿੱਛੇ ਜਾਓ, ਉਦੋਂ ਇਹ ਕੁਛ ਨਾ ਸ਼ਹਿਰਾਂ 'ਚ ਨਾ ਪਿੰਡਾਂ 'ਚ ਹੈ ਹੀ ਨਹੀਂ ਸੀ। ਅੱਜ ਹਸਪਤਾਲ ਇੱਕ ਲਾਈਨ 'ਚ ਮਾਰਕੀਟ ਬਣੀ ਪਈ ਹੈਗੀ, ਹਸਪਤਾਲਾਂ ਦੀ, ਮੈਡੀਕਲਾਂ ਦੀ। ਬਣੀ ਨਹੀਂ ਤਾਂ ਦੱਸ ਦਿਓ। ਜਿੰਨੇ ਹਸਪਤਾਲ ਜ਼ਿਆਦਾ, ਜਿੰਨੇ ਮੈਡੀਕਲ ਜ਼ਿਆਦਾ, ਤੇ ਉਨੀਆਂ ਹੀ ਸਾਡੇ ਸੰਸਾਰ 'ਚ ਬਿਮਾਰੀਆਂ ਵੀ ਜ਼ਿਆਦਾ। ਉਹਨਾਂ ਟਾਈਮਾਂ 'ਚ ਬਿਮਾਰੀ ਵੀ ਘੱਟ ਸੀ ਤੇ ਵੈਦ ਹਕੀਮ ਟਾਮੇ ਹੁੰਦੇ ਸੀ। ਆ ਜਿਹੜੀ ਚੁਰਸਤਿਆਂ ਦੇ ਵਿੱਚ ਟੂਣਾ ਕਰਨਾ, ਇਹ ਰੀਤ ਉਹਨਾਂ ਟਾਈਮਾਂ ਦੀ ਚੱਲੀ ਵੀ ਆ। ਭਾਈ ਗੁਰਦਾਸ ਨੇ ਬਕਾਇਦਾ ਇਸ ਗੱਲ ਨੂੰ ਕਲੀਅਰ ਕੀਤਾ ਗਿਆ ਹੈਗਾ। ਕਿਤੇ ਨਾਰੀਅਲ ਰੱਖ ਦੇਣਾ, ਚੁੰਨੀ ਰੱਖ ਦੇਣੀ, ਚੂੜੀਆਂ ਰੱਖ ਦੇਣੀਆਂ, ਉਹ ਰੀਤ ਅੱਜ ਉਹ ਚੱਲੀ ਜਾਂਦੀ। ਅਸੀਂ ਅੱਜ ਵੀ ਇਹਨੂੰ ਤਾਂ ਖੜਾ ਛੱਡਿਆ। ਪਰ ਕਾਰਨ ਕੀ ਸੀ? ਉਹ ਇੱਕ ਅਲੱਗ ਵਿਸ਼ਾ ਸੀ। ਬਾਹਰੋਂ ਡਾਕਟਰ ਦੂਰੋਂ 2 4 5 7 ਪਿੰਡਾਂ ਤੋਂ ਪਰਾਂ ਤੋਂ ਚੱਲ ਕੇ ਆਇਆ ਨਾ, ਉਹ ਚਰਾਹੇ 'ਚ ਪਿੰਡ ਵੜਦਿਆਂ ਨੂੰ ਫਲੇ ਤੇ ਇਦਾਂ ਦੀ ਨਿਸ਼ਾਨੀ ਰੱਖੀ ਜਾਂਦੀ ਸੀ ਵੀ ਇਸ ਪਿੰਡ ਦੇ ਵਿੱਚ ਕੋਈ ਬਿਮਾਰ ਹੈਗਾ। ਚੁੰਨੀ ਪਈ ਆ, ਚੂੜੀਆਂ ਪਈਆਂ ਨੇ, ਡਾਕਟਰ ਨੂੰ, ਹਕੀਮ ਨੂੰ ਅੰਦਾਜ਼ਾ ਲੱਗ ਜਾਂਦਾ ਸੀ ਵੀ ਇਸ ਪਿੰਡ ਦੇ ਵਿੱਚ ਕੋਈ ਨੌਜਵਾਨ ਬੱਚੀ ਬਿਮਾਰ ਆ। ਕੋਈ ਚਿੱਟਾ ਕੱਪੜਾ ਪਿਆ ਹੈਗਾ, ਖੱਦਰ ਦਾ ਕੱਪੜਾ ਪਿਆ ਹੈਗਾ, ਕੋਈ ਬਜ਼ੁਰਗ ਬਿਮਾਰ ਹੈਗਾ। ਉਹ ਨਿਸ਼ਾਨੀਆਂ ਸੀ। ਜਿਵੇਂ ਆਪਾਂ ਕਹਿ ਦਈਏ ਲਿਖ ਦੋ ਕੰਪਲੇਂਟ ਇੱਥੇ, ਉਦੋਂ ਲਿਖਣਾ ਤਾਂ ਨਹੀਂ ਆਉਂਦਾ ਸੀਗਾ, ਅੱਜ ਲਿਖਿਆ ਜਾਂਦਾ ਬੋਰਡ ਤੇ ਵੀ ਇੱਥੇ ਮਤਲਬ ਕਿਆ ਕਾਰਨ ਹੈਗਾ। ਮਤਲਬ ਉਹ ਇੱਕ ਇਸ਼ਾਰਾ ਸੀ ਸਮਝਣ ਦੇ ਲਈ। ਕਿਤੇ ਇਦਾਂ ਦੀ ਹੋਰ ਕੋਈ ਗੱਲ ਆ, ਉਹ ਮਤਲਬ ਕਿ ਟੇਵਾ ਲੱਗ ਜਾਂਦੀ ਸੀ। ਨਾਰੀਅਲ ਦਾ ਗੁੱਟ ਪਿਆ ਹੈਗਾ, ਅੰਦਾਜ਼ਾ ਕੀ ਸੀ ਵੀ ਕੋਈ ਸਿਰ ਦੇ ਮਰੀਜ਼ ਆ ਇੱਥੇ। ਇੱਕ ਪਿਆ, ਇੱਕ ਆਪਣੇ ਪਿੰਡਾਂ 'ਚ ਮਰੀਜ਼, 2 ਪਏ ਨੇ, 2 ਮਰੀਜ਼ ਨੇਗੇ,
ਤਿੰਨ ਪਏ ਨੇ ਤਿੰਨ ਮਰੀਜ਼ ਆ। ਇਦਾਂ ਮਤਲਬ ਕਿ ਉਹ ਇੱਕ ਇਸ਼ਾਰੇ ਸੀ, ਜਿਹੜੇ ਇਸ਼ਾਰਿਆਂ ਨੂੰ ਨਾ ਸਮਝਣ ਤੋਂ ਬਿਨਾ ਅਸੀਂ ਅੱਜ ਵੀ ਉਹਨਾਂ ਵਿੱਚ ਲੱਗੇ ਪਏ ਹਾਂ। ਕੋਈ ਸੇਵਾ 'ਚ ਰੱਖਿਆ ਤੇ ਬੁਲਾਉਂਦੇ ਵੀ ਹੁੰਦੇ ਆ, ਆ ਸੇਵਾ 'ਚ ਟੂਣਾ ਰੱਖ ਗਿਆ ਤਾਂ ਕੀ ਫਰਕ ਪਏਗਾ, ਰੱਖਿਆ ਤਾਂ ਰੱਖ ਗਿਆ, ਸਹੀ ਫਰਕ। ਚਲੋ ਅਗਲੇ ਦੀ ਮਰਜ਼ੀ ਹੈ, ਕੁਛ ਕਰੇ ਕੋਈ, ਹੈ ਨਾ। ਇੱਥੇ ਕਹਿਣ ਤੋਂ ਭਾਵ ਉਹ ਇੱਕ ਅੰਦਾਜ਼ੇ ਸੀ। ਇਵੇਂ ਜਿਵੇਂ ਇਹ ਸੁੱਖ ਨਿਧਾਨ ਜਿਹੜਾ ਪ੍ਰੀਤਮ ਦਾ ਜ਼ਿਕਰ ਆਇਆ, ਇਹਦੇ ਤੋਂ ਆਪਾਂ ਸਾਈਡ ਤੇ ਗੱਲ ਕੀਤੀ ਆ ਵੀ ਜੇ ਸੁੱਖੇ ਦੀ ਨਸ਼ੀਲੀ ਬੂਟੀ ਆ ਨਾ, ਤਾਂ ਇਹਨੂੰ ਵਰਤਿਆ ਜਾਂਦਾ ਸੀ ਕਦੋਂ? ਜਦੋਂ ਜੰਗ ਹੁੰਦੀ ਸੀ। ਜੰਗ ਦੇ ਵਿੱਚ ਗੁਰੂ ਦੇ ਪਿਆਰੇ ਫੱਟੜ ਹੋ ਜਾਂਦੇ ਸੀ। ਫੱਟੜ ਤਾਂ ਛੱਡੋ, ਆਮ ਫੱਟੜ ਨਹੀਂ ਉਹ ਵੀ ਮਾੜਾ ਮੋਟਾ ਕੋਈ ਵੱਜਿਆ ਤੇ ਡਿੱਗ ਪਏ, ਤੇ ਉਹ ਇੰਨੇ ਕੁ ਫੱਟੜ ਹੋ ਜਾਂਦੇ ਸੀ, ਬੇਹੋਸ਼ ਹੋ ਜਾਂਦੇ ਸੀਗੇ। ਦਰਦ ਹੁੰਦਾ, ਉਹ ਦਰਦ ਨੂੰ ਖਤਮ ਕਰਨ ਦੇ ਲਈ ਇਹ ਇੱਕ ਦਵਾਈ ਦੀ ਤੌਰ ਤੇ ਛੇਵੇਂ ਪਾਤਸ਼ਾਹ ਨੇ ਵਰਤਣਾ ਸ਼ੁਰੂ ਕਰਵਾਇਆ ਸੀਗਾ, ਦਵਾਈ ਦੀ ਤੌਰ ਤੇ। ਤੇ ਸੱਤਵੇਂ ਪਾਤਸ਼ਾਹ ਨੇ ਮੈਡੀਸਨ ਆਪਣੀ, ਮਤਲਬ ਜੋ ਦਵਾਖਾਨਾ ਖੋਲਿਆਗਾ, ਉਹਦੇ ਵਿੱਚ ਆਮ ਗੱਲ ਸੀ ਇਹ। ਆਮ ਗੱਲ ਕਿਵੇਂ? ਜਿਵੇਂ ਅੱਜ ਆਪਾਂ ਕਹਿ ਦਿੰਦੇ ਆ ਇੱਕ ਸਿਰ ਦੁਖਦੇ ਤੇ ਪੱਤਾ ਇਹਦੀ ਨਾ, ਉਹ ਲਾਲ ਜਿਹਾ ਪੱਤਾ, ਚਿੱਟੀਆਂ ਜਿਹੀਆਂ ਤੇ ਲਾਲ ਜਿਹੀਆਂ ਗੋਲੀਆਂ ਹਰੇਕ ਦੇ ਘਰੇ ਪਈਆਂ ਨੇ। ਸਾਨੂੰ ਨਹੀਂ ਪਤਾ ਉਹਦੇ 'ਚ ਕੀ ਪਾਇਆ ਕੀ ਨਹੀਂ ਪਾਇਆ, ਆਪਾਂ ਆਮ ਹੀ ਕਹਿੰਦੇ ਨੇ ਕਦੇ ਵੇਲੇ ਕੋਲੇ ਲੋੜ ਪੈ ਜਾਊਗੀ। ਇਹ ਮੈਡੀਸਨ ਉਸ ਟਾਈਮ ਤੇ ਸੱਤਵੇਂ ਪਾਤਸ਼ਾਹ ਦਵਾਖਾਨਾ ਦੇ ਵਿੱਚ ਸਪੈਸ਼ਲ ਤੌਰ ਤੇ ਹੁੰਦੀ ਸੀ। ਕਿਉਂ? ਜਦੋਂ ਵੀ ਇਹਨੂੰ ਵਰਤਿਆ ਗਿਆ, ਰੂਪ ਕੋਈ ਸੀ ਵਰਤਣ ਦਾ, ਜਦੋਂ ਇਹਨੂੰ ਵਰਤਿਆ ਗਿਆ ਤਾਂ ਨਾਲ ਦੀ ਨਾਲ ਦਰਦ ਆ ਜਿਹੜਾ ਉਹ ਤੋਂ ਬੰਦਾ ਰਾਹਤ ਪਾ ਲੈਂਦਾ ਸੀ। ਤੇ ਜੰਗ ਯੁੱਧ ਵਿੱਚ ਨਾਲ ਦੀ ਨਾਲ ਦੇ ਦਿੰਦੇ ਸੀ, ਤੇ ਬੰਦੇ ਦੀਆਂ ਜਿੰਨੀਆਂ ਸੱਟਾਂ ਵੱਜੀਆਂ ਹੁੰਦੀਆਂ ਸੀ, ਉਹ ਸੱਟਾਂ ਦਾ ਦਰਦ ਨਹੀਂ ਸੀ ਹੁੰਦਾ, ਪੀੜ ਨਹੀਂ ਸੀ ਹੁੰਦੀ। ਤੁਰੰਤ ਤਾਂ ਹੁਣ ਕਿਸੇ ਹਸਪਤਾਲ 'ਚ ਦਾਖਲ ਨਹੀਂ ਸੀ ਕਰਾਇਆ ਜਾਂਦਾ, ਹੁਣ ਲੈ ਜਾ ਕੇ ਹੁਣੀ ਬਠਿੰਡੇ ਲੈ ਜਾਓ, ਲੁਧਿਆਣੇ ਲੈ ਜਾਓ, ਇੱਧਰ ਇੱਧਰ ਲੈ ਜਾਓ, ਨਾ ਹੀ ਸੀ ਕੋਈ। ਤੁਰੰਤ ਮਤਲਬ ਕਿ ਦਰਦ ਨੂੰ ਰਾਹਤ ਦਿਵਾਉਣ ਵਾਲੀ ਇੱਕ ਦਵਾਈ ਸੀ, ਜਿਹੜੀ ਅੱਜ ਸ਼ੌਂਕ ਬਣ ਗਿਆ। ਸਮਝ ਗਏ ਨਾ? ਇੱਕ ਜਿਹੜੀ ਅੱਜ ਸ਼ੌਂਕ ਬਣ ਗਿਆ। ਇਸ ਗੱਲ ਨੂੰ ਆਪਾਂ ਸਮਝਣਾ ਵੀ ਉਹ ਨਸ਼ੀਲੀ ਬੂਟੀ ਨੂੰ ਸੁੱਖ ਨਿਧਾਨ ਨਹੀਂ ਕਿਹਾ, ਉਹ ਤਾਂ ਇੱਕ ਕਿਸੇ ਤਰ੍ਹਾਂ ਦਾ ਸਾਡੇ ਸਰੀਰ ਦੇ ਦਰਦ ਨੂੰ ਮੁਕਾਉਣ ਵਾਲਾ ਕਦੇ ਤੱਤ ਸੀ, ਦਵਾਈ ਸੀ, ਜਿਹੜੀ ਵਰਤੀ ਜਾਂਦੀ ਸੀ। ਮਤਲਬ ਮੇਰੇ ਕਹਿਣ ਤੋਂ ਭਾਵ ਹਰ ਇੱਕ ਗੱਲ ਨੂੰ ਆਪਾਂ ਸਮਝਣਾ ਹੀ ਹੈ ਬਸ। ਗੁਰੂ ਮਨਾ ਹੀ ਨਹੀਂ ਕਰਦਾ ਵੀ ਇਹਨੂੰ ਕੱਟ ਦੇ, ਬਿਲਕੁਲ ਪਾੜੀ ਦੇ ਵੀ ਤੇਰੀ ਜ਼ਿੰਦਗੀ 'ਚ ਆਉਣੀ ਨਹੀਂ ਚਾਹੀਦੀ। ਉਹਨੇ ਸਮਝਾਇਆ ਵੀ ਕਿੱਥੇ ਕੀ ਲੋੜ ਆ, ਕਿੱਥੇ ਕੀ ਲੋੜ ਆ। ਹੁਣ ਬਾਬਿਆਂ ਨੇ ਸਾਡੇ ਤੱਕ ਗੱਲ ਕੀ ਹੈ ਤੇ ਕਹਿੰਦੇ ਵੀ ਬਸ ਵਿਆਹ ਹੀ ਨਹੀਂ ਕਰਾਉਣੇ ਜੀ, ਉਹਨਾਂ ਨੇ ਆਪਣੇ ਵੱਲੋਂ ਕਹਿਤਾ ਨਾ। ਤੇ ਗੁਰੂ ਕਹਿੰਦਾ ਨਹੀਂ ਵੀ ਆਪਣੇ ਪਰਿਵਾਰ 'ਚ ਰਹਿਣਾ, ਬੱਚੇ ਛੱਡਤੇ ਨਹੀਂ, ਬੱਚਿਆਂ ਨੂੰ ਮੋਹ ਪ੍ਰੇਮੀ ਨਹੀਂ ਕਰਨਾ। ਗੁਰੂ ਕਹਿੰਦਾ ਨਹੀਂ, ਉਹਨੇ ਤਰੀਕਾ ਦੱਸਿਆਗਾ। ਚਲੋ ਇੱਥੇ ਪਾਤਸ਼ਾਹ ਨੇ ਫਿਰ ਸੁੱਖ ਨਿਧਾਨ ਜਿਹੜਾ ਲਫ਼ਜ਼ ਹੈ ਇਹ ਵਰਤਿਆ ਕਾਹਦੇ ਲਈ? ਪਰਮਾਤਮਾ ਲਈ। ਸੁੱਖ ਨਿਧਾਨ ਪ੍ਰੀਤਮ ਪ੍ਰਭ ਮੇਰੇ, ਅਗਣਤ ਗੁਣ ਠਾਕੁਰ ਪ੍ਰਭ ਤੇਰੇ। ਅਨੇਕਾਂ ਹੀ ਪਾਤਸ਼ਾਹ ਜੀਓ ਤੇਰੇ ਵਿੱਚ ਗੁਣ ਨੇ, ਜਿਨ੍ਹਾਂ ਗੁਣਾਂ ਨੂੰ ਮੈਂ ਬਿਆਨ ਨਹੀਂ ਕਰ ਸਕਦਾ। ਅਗਣਤ, ਅਗਣਤ ਤੋਂ ਭਾਵ ਅਨੇਕਾਂ ਗੁਣ। ਅਗਣਤ ਗੁਣ ਠਾਕੁਰ ਪ੍ਰਭ ਤੇਰੇ, ਮੋਹੇ ਅਨਾਥ ਤੁਮਰੀ ਸ਼ਰਨਾਈ। ਅਨਾਥ ਤੋਂ ਭਾਵ ਹੈ ਬੇਆਸਰਾ। ਅਨਾਥ ਤੋਂ ਭਾਵ ਹੈ ਬੇਆਸਰਾ, ਜਿਹਨੂੰ ਆਸਰਾ ਕੋਈ ਨਾ ਹੋਵੇ। ਮੋਹੇ ਅਨਾਥ ਤੇਰੀ ਸ਼ਰਨਾਈ। ਹੇ ਵਾਹਿਗੁਰੂ, ਹੇ ਮਾਲਕ ਜੀ, ਹੇ ਬਖਸ਼ਿਸ਼ ਦਾਤੇ, ਤੇਰੀ ਸ਼ਰਨ ਵਿੱਚ ਮੈਂ ਆ ਗਿਆ ਤੇ ਮੈਨੂੰ ਤੇਰੀ ਸ਼ਰਨ ਵਿੱਚ ਬੈਠੇ ਨੂੰ ਆਸਰਾ ਦੇ। ਟੇਕ, ਜਿਹਨੂੰ ਭਰੋਸਾ ਕਹਿ ਦਿੰਦੇ ਆਪਾਂ। ਮੋਹੇ ਅਨਾਥ ਤੇਰੀ ਸ਼ਰਨਾਈ, ਕਰ ਕਿਰਪਾ ਹਰ ਚਰਨ ਧਿਆਈ। ਮੇਰੇ ਤੇ ਕਿਰਪਾ ਕਰੋ, ਮੈਂ ਤੇਰੇ ਚਰਨਾਂ ਨਾਲ ਜੁੜਿਆ ਰਹਾਂ। ਪ੍ਰਭ ਚਿਤ ਆਵੈ ਤਾਂ ਕੈਸੀ ਭੀੜ। ਬਸ ਇੱਥੇ ਫਿਰ ਆਪਾਂ ਰੁਕਣਾਗਾ। ਜੇ ਸਾਡੇ ਹਰ ਵਕਤ ਪ੍ਰਭੂ ਪਰਮੇਸ਼ਰ ਮਾਲਕ ਚਿੱਤ ਚੇਤੇ ਹੈ ਤਾਂ ਕੈਸੀ ਭੀੜ। ਭੀੜ ਤੋਂ ਭਾਵ ਦੁੱਖ, ਸੰਤਾਪ, ਬਿਮਾਰੀਆਂ, ਤਕਲੀਫਾਂ, ਮੁਸ਼ਕਲਾਂ, ਜੋ ਮਰਜ਼ੀ ਬਣ ਲਓ। ਜੇ ਪ੍ਰਭੂ ਪਰਮਾਤਮਾ ਸਾਡੇ ਚੇਤੇ ਹੈ, ਚੇਤੇ ਹੈ ਤਾਂ ਤੱਤੀ ਤਵੀ ਤੇ ਬੈਠਣਾ ਇਦੋਂ ਵੱਡਾ ਦੁੱਖ ਕੋਈ ਹੈ ਹੀ ਨਹੀਂਗਾ। ਇਦੋਂ ਵੱਡਾ ਕੋਈ ਵੀ ਦੁੱਖ ਨਹੀਂ ਹੈ। ਤੱਤੇ ਭਾਂਡੇ ਨੂੰ ਹੀ ਚੱਕਣਾ ਤਾਂ ਸਾਡੇ ਲਈ ਬਹੁਤ ਵੱਡਾ ਔਖਾ ਕਾਰਜ ਆ। ਗਰਮ ਭਾਂਡੇ ਨੂੰ ਚੱਕਣਾ ਤੇ ਤੱਤੀ ਲੋਹ ਤੇ ਬੈਠਣਾ ਤਾਂ ਆਪਣੇ ਅੰਦਰ ਅਹਿਸਾਸ ਕਰਕੇ ਵੇਖੋ। ਚਲੋ ਤੁਸੀਂ ਸਮਝਦਾਰ ਹੋ, ਸਾਰੇ ਇਸ ਗੱਲ ਨੂੰ ਸਮਝਦੇ ਹੋ। ਪਰ ਗੁਰੂ ਨੇ ਕਿਹਾ ਤਾਂ ਕੈਸੀ ਭੀੜ। ਕਹਿੰਦੇ ਉਹਨਾਂ ਦੇ ਜੀਵਨ 'ਚ ਭੀੜ ਹੀ ਨਹੀਂ ਆਉਂਦੀ, ਕਹਿੰਦੇ ਤਕਲੀਫ ਹੀ ਨਹੀਂ ਆਉਂਦੀ। ਫਿਰ ਪੰਜਵੇਂ ਪਾਤਸ਼ਾਹ ਨੂੰ ਪੁੱਛ ਗਏ ਤੈਨੂੰ ਤਕਲੀਫ ਆਈ ਨਹੀਂ? ਉਹ ਕਹਿੰਦਾ ਆਈ ਸੀ। ਤੇ ਫਿਰ ਬਾਣੀ 'ਚ ਲਿਖਿਆ ਵੀ ਉਹਨਾਂ ਨੂੰ ਤਾਂ ਭੀੜ ਆਉਂਦੀ ਨਹੀਂ, ਉਹਨਾਂ ਨੂੰ ਤਾਂ ਭਾਵ ਮੁਸ਼ਕਲ ਹੀ ਨਹੀਂ ਆਉਂਦੀ ਗੀ, ਦਰਦ ਹੀ ਨਹੀਂ ਹੁੰਦਾਗਾ। ਗੁਰੂ ਸਾਹਿਬ ਕਹਿੰਦੇ ਦਰਦ ਵੀ ਹੋਇਆ ਸੀ ਪੁੱਤ, ਮੁਸ਼ਕਲ ਵੀ ਆਈ ਸੀ, ਬਹੁਤ ਔਖਾ ਬੈਠਣਾ ਤੱਤੀ ਤਵੀ ਤੇ। ਗੁਰੂ ਸਾਹਿਬ ਬੋਲਦੇ ਨੇ, ਪਰ ਜਿਹੜੀ ਗੱਲ ਇੱਥੇ ਮੈਂ ਲਿਖੀ ਆ ਨਾ, ਉਹ ਇਹ ਲਿਖੀ ਆ
ਰੱਬ ਦੇ ਪਿਆਰੇ ਵੱਡੇ ਤੋਂ ਵੱਡਾ ਦੁੱਖ ਦੇਖ ਕੇ ਵੀ ਕਦੇ ਘਬਰਾਉਂਦੇ ਨਹੀਂ। ਰੱਬ ਦੇ ਪਿਆਰੇ ਫਿਰ ਨੋਟ ਕਰਿਓ, ਵੱਡੇ ਤੋਂ ਵੱਡਾ ਦੁੱਖ ਦੇਖ ਕੇ ਵੀ, ਵੱਡੇ ਤੋਂ ਵੱਡਾ ਦੁੱਖ ਆਉਣ ਤੇ ਵੀ ਕਦੇ ਘਬਰਾਉਂਦੇ ਨਹੀਂ। ਤੇ ਹੁਣ ਇਹ ਥਰਮਾਮੀਟਰ ਆਪਾਂ ਗੁਰੂ ਸਾਹਿਬ ਤੋਂ ਲੈ ਕੇ ਨਾ ਆਪਣੇ ਵਾਲੇ ਪਾਸੇ ਲਾ ਕੇ ਦੇਖੋ। ਅਸੀਂ ਪੰਜ ਕਕਾਰੀ ਬਾਣਾ ਵੀ ਪਾਇਆ, ਨਿਤਨੇਮ ਵੀ ਕਰਦੇ ਆ, ਸਹਿਜ ਪਾਠ ਵੀ ਕਰਦੇ ਆ, ਬਾਣੀ ਨੂੰ ਸੁਣਦੇ ਵੀ ਆ, ਸਮਝਦੇ ਵੀ ਆ, ਡਰਦੇ ਸਭ ਤੋਂ ਵੱਧ ਆ। ਬਸ ਇੰਨੀ ਥਰਮਾਮੀਟਰ ਲਾ ਕੇ ਦੇਖਣਾ ਆਪਾਂ ਤਾਂ। ਥਰਮਾਮੀਟਰ ਉਹ ਪੈਮਾਨਾ ਆਪਾਂ ਆਪਣੇ ਵੱਲ ਲਾ ਕੇ ਵੇਖਣਾ, ਕੋਈ ਕੀ ਅਸੀਂ ਤਾਂ ਨਹੀਂ ਡਰਦੇ। ਗੁਰੂ ਤਾਂ ਕਹਿੰਦਾ ਉਹ ਡਰਦੇ ਹੀ ਨਹੀਂ ਗੇ, ਭਾਵੇਂ ਕਿੱਡੀ ਮਰਜ਼ੀ ਭੀੜ ਆਵੇ, ਕਿੱਡੀ ਮਰਜ਼ੀ। ਫਿਰ ਲਿਖਿਆ ਕੀ ਆ, ਪ੍ਰਭ ਚਿਤ ਆਵੈ ਤਾਂ ਕੈਸੀ ਭੀੜ, ਜਿਹੇ ਜੀ ਮਰਜ਼ੀ ਭੀੜ ਹੋਵੇ ਤੇ ਉਹ ਕਦੇ ਡਰਦੇ ਨਹੀਂ ਹੁੰਦੇ। ਰਾਤ ਹੀ ਅਸੀਂ ਇੱਥੇ ਕਲਾਸ ਲੱਗਦੀ ਸ਼ਾਮ ਨੂੰ ਗੱਲ ਕਰ ਰਹੇ ਸੀ, ਪੜ੍ਹ ਰਹੇ ਸੀ ਵੀ ਪੰਜਾਬ ਦੇ ਲੋਕ, ਜਿਹੜੀ ਧਰਤੀ ਨੂੰ ਕਹਿੰਦਾ ਪੰਜਾਬ ਵਸਦਾ ਗੁਰਾਂ ਦੇ ਨਾਂ ਤੇ, ਗੁਰਾਂ ਦੇ ਨਾਂ ਤੇ ਬਸਣ ਵਾਲੇ ਲੋਕ ਇੰਨੇ ਜ਼ੋਰਾਵਰ, ਬਲਵਾਨ, ਤਾਕਤਵਰ ਕਿਉਂ? ਫਿਰ ਉੱਥੇ ਇੱਕ ਪੁਆਇੰਟ ਆਇਆ, ਕਿਹੜਾ ਸੀ ਵੀ ਇਹ ਲੋਕ ਨਾ ਗੁਰੂ ਪੀਰਾਂ ਤੋਂ ਲੈ ਕੇ, ਪਹਿਲਾਂ ਤੋਂ ਲੈ ਕੇ, ਪਿੱਛੇ ਤੋਂ ਲੈ ਕੇ, ਜਦੋਂ ਆਪਣਾ ਪਿਛੋਕੜ ਫਰੋਲਦੇ ਆ, ਇਹ ਉਹ ਲੋਕ ਨੇ ਜਿੱਡੀ ਮਰਜ਼ੀ ਭੀੜ ਆਵੇ ਇਹ ਡਰਦੇ ਹੀ ਨਹੀਂ ਸੀ। ਬਸ ਇਹ ਉਹ ਲੋਕ ਨੇ, ਤਾਈਓ ਪੂਰੇ ਹਿੰਦੁਸਤਾਨ ਦੇ ਵਿੱਚ ਇਹਨੂੰ ਮੋਢੀ ਮੰਨਿਆ ਗਾ। ਪਰ ਅੱਜ ਦੇ ਜੇ ਹਾਲਾਤ ਵੇਖਣੇ ਹੁਣ, ਸ਼ਾਇਦ ਅੱਜ ਦੇ ਹਾਲਾਤ ਹੋਰ ਨੇ। ਉਹ ਹੋਰ ਸੀ, ਅੱਜ ਹੋਰ ਆ। ਅੱਜ ਹੋਰ ਨੇ, ਉਹ ਹੋਰ ਸੀ। ਉਹ ਸਿਆਣੇ ਕਹਿੰਦੇ ਨੇ, ਜ਼ਿੰਦਗੀ ਮਨੁੱਖੀ ਸੰਘਰਸ਼ ਹੈ। ਸਾਡੀ ਜ਼ਿੰਦਗੀ ਦੇ ਵਿੱਚ ਮਨੁੱਖਾ ਦੇ ਸਾਨੂੰ ਮਿਲੀ ਆ, ਇਹ ਇੱਕ ਸੰਘਰਸ਼ ਹੈ। ਜਿਹੜਾ ਇਸ ਸੰਘਰਸ਼ ਦੇ ਵਿੱਚ ਕਦੇ ਖੜਦਾ ਨਹੀਂ, ਹੰਭਦਾ ਨਹੀਂ, ਡਰਦਾ ਨਹੀਂ, ਉਹ ਪਾਸ ਹੋ ਜਾਂਦਾ। ਜਿਹੜਾ ਸੰਘਰਸ਼ ਕਰਨ ਤੋਂ ਮੁਨਕਰ ਹੋ ਜਾਂਦਾ ਨਾ, ਪਾਸੇ ਹੋ ਜਾਂਦਾਗਾ, ਤੇ ਉਹ ਫੇਲ ਹੋ ਜਾਂਦਾਗਾ। ਅਸੀਂ ਸ਼ਾਇਦ ਸੰਘਰਸ਼ੀ ਜੀਵਨ ਨੂੰ ਛੱਡ ਕੇ, ਮਤਲਬ ਮੁਸ਼ਕਲਾਂ, ਔਂਕੜਾਂ, ਤਕਲੀਫਾਂ ਵਾਲੇ ਪੱਖ ਨੂੰ ਛੱਡ ਕੇ ਅਸੀਂ ਸੌਖਾ ਰਸਤਾ ਲੱਭ ਲਿਆ। ਕੋਈ ਸੌਖਾ ਜਿਹਾ ਰਸਤਾ ਹੋਵੇ ਜਿਹਦੇ 'ਚ ਹਿੰਗ ਫੜਕੜੀ ਨਾ ਲਾਉਣੀ ਪਵੇ, ਉਹ ਰਸਤਾ ਹੋਵੇ। ਤੇ ਕਠਿਨ ਰਸਤਾ ਕੀ ਆ? 2 ਵਜੇ ਉੱਠ ਬਈ, ਇਹ ਗੁਰੂ ਦਾ ਹੁਕਮ ਆ, ਉੱਠਣਾ ਪਊਗਾ। ਚਲੋ ਮੰਨ ਲਓ, ਮੈਂ ਹੀ ਨਹੀਂ ਕਹਿੰਦਾ ਵੀ ਤੁਸੀਂ ਉੱਠੋ, ਵੀ ਗੁਰੂ ਕਹਿੰਦਾ ਵੀ ਉੱਠ, 3 ਵਜੇ ਉੱਠ। ਨਾ ਕਹਿੰਦੇ ਔਖਾ, 70 ਸਾਲ ਦਾ ਬਜ਼ੁਰਗ ਵੀ ਇਹੀ ਕਹਿੰਦਾ, ਨਾ ਕਿੱਥੇ ਔਖਾ। ਫਿਰ ਬਸ ਇਹੀ ਤਾਂ ਗੱਲ ਆ। ਫਿਰ ਜੇ ਤੂੰ ਮੁਸ਼ਕਲ ਦਾ ਸਾਹਮਣਾ ਹੀ ਨਹੀਂ ਕਰ ਸਕਦਾ, ਫਿਰ ਤੂੰ ਬੰਦਾ ਕਾਹਦਾ? ਅੰਮ੍ਰਿਤ ਵੇਲੇ ਉੱਠਣਾ ਕੋਈ ਆਮ ਗੱਲ ਨਹੀਂ, ਮਾਮੂਲੀ ਗੱਲ ਨਹੀਂ। ਭਾਵ ਇਹ ਕਿਉਂ ਕਹਿ ਲੋ, ਚੀਨ ਪਾਕਿਸਤਾਨ ਦੀ ਜੰਗ ਵਰਗਾ ਕੰਮ ਆਗਾ। ਇਹ ਸੰਘਰਸ਼ ਆ ਇੱਕ। ਤੇ ਗੁਰੂ ਪਿਆਰੇ ਅੰਮ੍ਰਿਤ ਵੇਲੇ ਨੂੰ ਖੁੰਝਣ ਨਹੀਂ ਸੀ ਦਿੰਦੇ, ਭਾਵੇਂ ਉਹ ਕਾਹਨੂੰ ਬਾਂਧ ਦੀ ਛੰਭ 'ਚ ਲੁਕੇ ਹੋਏ ਨੇ, ਭਾਵੇਂ ਉਹ ਜੰਗਲਾਂ 'ਚ ਨੇ, ਭਾਵੇਂ ਆਨੰਦਪੁਰ 'ਚ ਨੇ, ਭਾਵੇਂ ਚਮਕੌਰ ਦੀ ਗੜੀ 'ਚ ਆ, ਭਾਵੇਂ ਕਿਤੇ ਵੀ, ਉਹ ਨਹੀਂ ਸੀ ਖੁੰਝਣ ਦਿੰਦੇ। ਤੇ ਸਾਡਾ ਕੰਪੈਰੀਜ਼ਨ ਕਰਕੇ ਵੇਖੋ ਉਹਨਾਂ ਦੇ ਨਾਲ ਜੀਵਨ। ਇਹਨੂੰ ਕਿਹਾਗਾ ਰੱਬ ਦਾ ਪਿਆਰਾ ਵੱਡੀ ਤੋਂ ਵੱਡੀ ਮੁਸ਼ਕਲ 'ਚ, ਵੱਡੀ ਤੋਂ ਵੱਡੀ ਕਠਿਨਾਈ 'ਚ, ਵੱਡੀ ਤੋਂ ਵੱਡੀ ਬਿਮਾਰੀ, ਦੁੱਖ, ਤਕਲੀਫ ਦੇ ਵਿੱਚ ਵੀ ਡੋਲਦਾ ਨਹੀਂ ਹੈ। ਸੁਖੀ ਰਹਿਣ ਦਾ ਆਹ ਤਰੀਕਾ ਗਾ। ਦੁੱਖ ਆਊਗਾ, ਤਕਲੀਫ ਆਊਗੀ, ਮੁਸ਼ਕਲ ਆਊਗੀ, ਪਰ ਉਹਦੇ ਨਾਲ ਮੁਕਾਬਲਾ ਕਿਵੇਂ ਕਰਨਾ, ਉਹ ਗੁਰੂ ਸਾਹਿਬ ਕਹਿੰਦੇ ਨੇ ਨਿਡਰ ਹੋ ਕੇ ਕਰਨਾ ਗਾ। ਕਦੇ ਵਕਤ ਅਸੀਂ ਨਾ ਕੀ ਅੰਦਾਜ਼ਾ ਹੀ ਲਾਉਣਾ, ਬਸ ਆਪਾਂ ਥੋੜਾ ਜਿਹਾ। ਗੁਰੂ ਨੇ ਕਹਿਤਾ ਵੀ ਕੱਲ ਨੂੰ ਵਿਚਿਤਰਾ ਤੈਂ ਹਾਥੀ ਨਾਲ ਮੁਕਾਬਲਾ ਕਰਨਾ, ਸੋਚ ਲਓ। ਆਪਾਂ ਸੋਚਣਾ ਹੀ ਆ। ਉੱਥੇ ਮੰਨ ਲਓ ਵੀ ਮੈਂ ਆਪਣੇ ਤੋਂ ਉਦਾਹਰਨ ਲਵਾਂ, ਮੈਂ ਹੋਵਾਂ, ਮੈਂ ਕੀ ਕਹੂੰਗਾ? ਨਾ ਬਈ, ਆਪਣੀ ਫਤਿਹ ਆ। ਨਾ, ਅਸੀਂ ਨਹੀਂ ਇਹ ਕੰਮ ਕਰਨਾ। ਹਾਥੀ ਕਿੱਥੇ, ਬੰਦਾ ਕਿੱਥੇ? ਕਮਾਲ ਦੀ ਗੱਲ ਆ, ਤੂੰ ਤਾਂ ਜਾਣ ਬੁੱਝ ਕੇ ਮਰਵਾਉਣਾਗਾ। ਮੈਂ ਤਾਂ ਇਹੀ ਕਹੂੰ ਨਾ। ਤੇ ਦੁਨੀ ਚੰਦ ਦੀ ਸੋਚ ਵੀ ਮੇਰੇ ਵਾਲੀ ਕੋਈ ਸੀ, ਮੰਨ ਲਓ ਉਹਦੀ ਸੋਚ ਵੀ ਮੇਰੇ ਵਾਲੀ ਸੀ ਨਾ। ਮੋਟਾ ਬਹੁਤ, ਇਤਿਹਾਸ ਦੱਸਦਾ, ਕਹਿੰਦੇ ਬਹੁਤ ਮੋਟਾ ਡਾਢਾ ਸੀ, ਚੰਗਾ ਲੰਗਰ ਦੇ ਵਿੱਚ ਖਾਂਦਾ ਸੀ, ਪਹਿਨਦਾ ਸੀ, ਬੁੱਲੇ ਡਾਉਂਦਾ ਸੀ, ਜਿਹਨੂੰ ਆਪਾਂ ਕਹਿ ਦਈਏ। ਪਰ ਜਿੱਦੇ ਭੀੜ ਪੈ ਗਈ ਵੀ ਕੱਲ ਨੂੰ ਨਾ ਕੇਸਰੀ ਚੰਦ ਰਾਜੇ ਵਰਗੇ ਆਨੰਦਪੁਰ ਦਾ ਕਿਲਾ ਢਾਉਣ ਵਾਸਤੇ ਹਾਥੀ ਨੂੰ ਸ਼ਰਾਬ ਪਿਆ ਕੇ ਲਿਆ ਰਹੇ ਨੇ, ਕਨਸੋਹ ਮਿਲੀ ਆਪਾਂ ਨੂੰ ਇਹ, ਤੇ ਆਪਾਂ ਫਿਰ ਇੱਧਰੋਂ ਭੇਜੋ ਕੋਈ ਹਾਥੀ। ਦੁਨੀ ਚੰਦਾ ਤੂੰ ਤਿਆਰ ਹੋ ਜਾ, ਤਾਂ ਵਿਚਾਰਾ ਰਾਤੇ ਰਾਤ ਭੱਜਿਆ ਆਇਆ ਸੀਗਾ। ਬਾਅਦ ਵਿੱਚ ਇਹਦੇ ਪੋਤਰਿਆਂ ਨੇ, ਭਗਵਾਨ ਸਿੰਘ ਵਰਗਿਆਂ ਨੇ ਆਪਣੇ ਦਾਦੇ ਦਾ ਲੱਗਿਆ ਹੋਇਆ ਕਲੰਕ ਗੁਰੂ ਨਾਨਕ ਪਾਤਸ਼ਾਹ ਦੇ ਘਰ ਵਿੱਚ ਲਾਹਿਆ ਸੀ। ਬਦਨਾਮੀ ਉਹਨੇ ਖੱਟੀ ਆ, ਬਦਨਾਮੀ ਉਹਨੇ ਖੱਟੀ ਆ, ਤੇ ਦਾਗ ਅਸੀਂ ਲਾਹਾਂਗੇ। ਪਾਤਸ਼ਾਹ ਇਹ ਮੈਲਾ ਧੱਬਾ ਨਾ ਅਸੀਂ ਮਲ ਮਲ ਲਾ ਦਾਂਗੇ, ਕੋਈ ਗੱਲ ਨਹੀਂ, ਸੀ ਜ਼ਿਆਦਾ ਮਿਹਨਤ ਕਰ ਲਾਂਗੇ। ਸਾਡਾ ਨਾ ਦਾਦਾ ਗਲਤੀ ਕਰ ਗਿਆ। ਤੇ ਹੁਣ ਦੂਜੇ ਪਾਸੇ ਆਵਾਜ਼ ਦਿੱਤੀ ਆ, ਚੱਲ ਫਿਰ ਤੂੰ ਐਂ ਕਰ, ਬਚਿੱਤਰ ਸਿੰਘ ਨੂੰ ਕਹੋ, ਜੇ ਉਹ ਭੱਜ ਗਿਆ ਤਾਂ ਕੋਈ ਗੱਲ ਨਹੀਂ। ਹੁਣ ਬਚਿੱਤਰ ਸਿੰਘ ਕੌਣ ਆ? ਬੱਬਰ ਸ਼ੇਰ ਆ। ਬੱਬਰ ਸ਼ੇਰ ਹੀ ਆ ਨਾ।
ਭਾਵ ਕੀ ਕਿਹਾ ਵੀ ਜਾ ਪੁੱਤ ਤੂੰ ਖੜਾ ਹੋ। ਉਹਨੇ ਨਹੀਂ ਕਿਹਾਗਾ ਵੀ ਮੈਂ ਨਹੀਂ ਜਾਂਦਾ। ਕਹਿੰਦਾ ਠੀਕ ਆ ਕੋਈ ਗੱਲ ਨਹੀਂ, ਕੀ ਗੱਲ ਹਾਥੀ ਪਾਤਸ਼ਾਹ ਤੇਰੀ ਕਿਰਪਾ ਚਾਹੀਦੀ ਆ। ਅੱਜ ਦਾ ਪਾਵਨ ਸ਼ਬਦ ਪਿੱਛੇ ਲੈ ਚਲੋ। ਹੁਣ ਦਇਆ ਕਰੋ ਬਸਹੁ ਮਨ ਆਏ, ਮੇਰੇ ਮਨ ਵਿੱਚ ਤੂੰ ਬਸਣਾ ਚਾਹੀਦਾ। ਹਾਥੀ ਇੱਕ ਨਹੀਂ ਭਾਵੇਂ 10 ਆ ਜਾਣ, ਮੈਂ 10 ਹਾਥੀਆਂ ਨਾਲ ਮੁਕਾਬਲਾ ਕਰ ਲੂੰਗਾ। ਇਹ ਬਚਿੱਤਰ ਸਿੰਘ ਦੇ ਬੋਲ ਨੇ। ਉੱਠ ਬਚਿੱਤਰ ਸਿੰਘ ਸੁਣ ਦੁੱਲਿਆ ਸੇਰਾ, ਹਾਥੀ ਕਰੂ ਮੁਕਾਬਲਾ ਕੀ ਸਿੰਘਾ ਤੇਰਾ। ਕਿਹਾ ਨਾ 10 ਹਾਥੀਆਂ ਲਈ ਤੂੰ ਇੱਕ ਸ਼ੇਰ ਬਥੇਰਾ। ਗੁਰੂ ਦੀ ਬਖਸ਼ਿਸ਼ ਆ। ਗੁਰੂ ਸਾਡੇ ਤੇ ਹੁਕਮਨਾਮੇ ਦੇ ਰੂਪ ਵਿੱਚ ਰੋਜ਼ ਬਖਸ਼ਿਸ਼ ਕਰਦਾ, ਪਰ ਅਸੀਂ ਕਦੇ ਸੋਚਿਆ ਨਹੀਂ ਹੈ ਵੀ ਗੁਰੂ ਦੀ ਬਖਸ਼ਿਸ਼ ਇਹ ਸਾਡੇ ਤੇ ਜੋ ਆ ਰਹੀ ਆ, ਇਹਦੇ ਪਾਤਰ ਕਿਉਂ ਨਹੀਂ ਬਣੇ ਸੀ, ਭਾਂਡਾ ਕਿਉਂ ਨਹੀਂ ਖੋਲਿਆ ਗਾ। ਭਾਂਡਾ ਬੰਦ ਲੈ ਕੇ ਆਏ ਸੀ ਤੇ ਬੰਦ ਲੈ ਕੇ ਮੁੜ ਗਏ। ਚਲੋ ਇੰਨੇ ਇਸ਼ਾਰੇ ਕਾਫੀ ਆ ਵੀ ਕਹਿਣ ਤੋਂ ਮੁਰਾਦ ਕੋਈ ਵੀ ਮੁਸ਼ਕਲ ਆਵੇ ਤਾਂ ਉਹ ਮੁਸ਼ਕਲ ਦੇ ਵਿੱਚ ਗੁਰੂ ਦਾ ਸਿੱਖ ਕਦੇ ਭਾਈ ਡੋਲਦਾ ਨਹੀਂ ਹੈ। ਬਸ ਇਹਦੇ ਅਰਥ ਆ ਬਣ ਗਏ। ਇਹ ਨਹੀਂ ਹੈ ਵੀ ਕੈਂਸਰ ਹੋਣਾ ਹੀ ਨਹੀਂਗਾ, ਇਹ ਨਹੀਂ ਹੈ ਵੀ ਕਰੋਨਾ ਹੋਣੀ ਨਹੀਂ, ਹੋਊਗੀ ਤਾਂ ਹੋ ਜਾਣ ਦੇ, ਕੋਈ ਗੱਲ ਨਹੀਂ, ਬਸ ਡੋਲੇਗਾ ਨਹੀਂ ਤੂੰ। ਇਹ ਨਹੀਂ ਹੈ ਵੀ ਤੇਰਾ ਐਕਸੀਡੈਂਟ ਹੋਊ ਨਹੀਂ, ਭੀੜ ਚ ਲੰਘਿਆ ਜਾਣਾ ਕੋਈ ਮੋਢੇ ਨਾਲ ਤੇਰੇ ਗੋਡੇ ਨਾਲ ਟਕਰਾਊ, ਕੋਈ ਠੇਡਾ ਬੱਜੂ। ਭਾਵ ਮੁਸ਼ਕਲ ਆਊਗੀ, ਪਰ ਮੁਸ਼ਕਲ ਦੇ ਵਿੱਚ ਬੰਦਾ ਗੁਰੂ ਦਾ ਸਿੱਖ ਡੋਲਦਾ ਨਹੀਂ ਹੈ। ਠੀਕ ਹੈ ਨਾ। ਫਿਰ ਅੱਗੇ ਪਾਤਸ਼ਾਹ ਜ਼ਿਕਰ ਕਰਦੇ ਨੇ, ਕਹਿੰਦੇ ਹਰ ਸੇਵਕ ਨਾਹੀ ਜਮ ਪੀੜ। ਕਹਿੰਦੇ ਫਿਰ ਹਰੀ ਦਾ ਸੇਵਕ, ਇੱਥੇ ਇਸ਼ਾਰਾ ਕੀਤਾ, ਆਪਣਾ ਟਾਈਮ ਹੋ ਗਿਆ, ਹਜੇ ਕਾਫੀ ਸ਼ਬਦ ਪਿਆਗਾ। ਹਰੀ ਦਾ ਸੇਵਕ ਜਮ ਦੀ ਪੀੜ ਤੋਂ ਵੀ ਡਰਦਾ। ਜਮ ਮੀਨਜ਼ ਮੌਤ, ਮੌਤ ਤੋਂ ਵੀ ਡਰਦਾਗਾ। ਉਹ ਤਾਂ ਭਾਈ ਮੌਤ ਤੋਂ ਵੀ ਬੇਪਰਵਾਹ ਹੋ ਜਾਂਦਾ। ਲਾਪਰਵਾਹ ਨਹੀਂ, ਬੇਪਰਵਾਹ ਹੋ ਜਾਂਦਾ, ਜ਼ਿੰਦਗੀ ਜਿਉਂਦਾਗਾ। ਸਰਬ ਦੁਖ ਹਰ ਸਿਮਰਤ ਨਸੇ, ਜਾਂ ਕੈ ਸੰਗ ਸਦਾ ਪ੍ਰਭ ਵਸੈ। ਜਿਨ੍ਹਾਂ ਦੇ ਫਿਰ ਜੀਵਨ ਚੋਂ ਸਦਾ ਸੰਗੀ ਪਰਮਾਤਮਾ ਵਸਦਾ ਹੈ, ਉਹ ਮਾਲਕ ਨਾਲ ਜੁੜ ਕੇ ਜੀਵਨ ਜਿਉਂਦੇ ਨੇ। ਪ੍ਰਭ ਕਾ ਨਾਮ ਮਨ ਤਨ ਆਧਾਰ, ਬਿਸਰਤ ਨਾਮ ਹੋਵਤ ਤਨ ਸ਼ਾਰ। ਬਾਕੀ ਸਾਰਾ ਕੁਝ ਮੈਂ ਛੱਡ ਦਿੱਤਾ। ਕੀ ਮੰਨ ਕੇ ਛੱਡਿਆ? ਸਵਾਹ ਮੰਨ ਕੇ ਛੱਡ ਦਿੱਤਾ। ਬਾਕੀ ਸਭ ਕੁਝ ਸਵਾਹ ਹੈ। ਪਰਮੇਸ਼ਰ ਪਰਮਾਤਮਾ ਦਾ ਨਾਮ ਅਸਲੀ ਰਸ ਹੈ। ਫਿਰ ਪਾਤਸ਼ਾਹ ਜੀ ਕਹਿੰਦੇ ਨੇ, ਪ੍ਰਭ ਚਿਤ ਆਏ ਪੂਰਨ ਸਭ ਕਾਜ। ਜੇ ਤੂੰ ਮਾਲਕ ਨੂੰ ਚੇਤੇ ਰੱਖੇਗਾ, ਤੇਰੇ ਸਾਰੇ ਕਾਰਜ ਸਫਲ ਹੋਣੇ ਨੇ। ਹਰ ਬਿਸਰਤ ਸਭ ਕਾ ਮੁਹਤਾਜ, ਚਰਨ ਕਮਲ ਸੰਗ ਲਾਗੀ ਪ੍ਰੀਤ। ਬਿਸਰ ਗਈ ਸਭ ਦੁਰਮਤ ਰੀਤ। ਮੇਰੇ ਜੀਵਨ ਚੋਂ ਨਾ ਖੋਟੀ ਮੱਤ ਹੀ ਨਿਕਲ ਗਈ। ਦੁਰਮਤ ਰੀਤ, ਦੁਰਮਤ ਰੀਤ ਤੋਂ ਭਾਵ ਖੋਟੀ ਮੱਤ। ਉਹ ਖੋਟੀ ਮੱਤ ਚਾਹੇ ਮਨਮੱਤ ਨਾਲ ਜੁੜੀ ਹੈ, ਚਾਹੇ ਨਸ਼ਿਆਂ ਨਾਲ, ਬਕਾਰਾਂ ਨਾਲ, ਕਿਸੇ ਵੀ ਚੀਜ਼ ਨਾਲ ਜੁੜੀ ਹੋਈ, ਖੋਟੀ ਮੱਤ ਦੂਰ ਹੋ ਗਈ। ਮਨ ਤਨ ਅੰਤਰ ਹਰ ਹਰ ਮੰਤ। ਮੈਂ ਮਨ ਵਿੱਚ ਤੇ ਤਨ ਵਿੱਚ ਹਰੀ ਦਾ ਮੰਤਰ ਸ਼ੁਰੂ ਕਰ ਦਿੱਤਾ। ਨਾਨਕ ਭਗਤਨ ਕੈ ਘਰ ਸਦਾ ਆਨੰਦ। ਗੁਰੂ ਸਾਹਿਬ ਜੀ ਕਹਿੰਦੇ ਨਾ, ਰੱਬ ਦੇ ਪਿਆਰਿਆਂ ਦੇ ਘਰ ਵਿੱਚ ਫਿਰ ਸਦਾ ਹੀ ਆਨੰਦ ਰਹਿੰਦਾ। ਆਨੰਦ ਸੁਣਹੁ ਵਡ ਭਾਗਿਓ, ਸਗਲ ਮਨੋਰਥ ਪੂਰੇ। ਉਹਨਾਂ ਦੀ ਜ਼ਿੰਦਗੀ 'ਚ ਸਦਾ ਹੀ ਆਨੰਦ ਬਣਿਆ ਰਹਿੰਦਾ। ਭੁੱਲਾਂ ਦੀ ਖਿਮਾ, ਸਭ ਦਾ ਧੰਨਵਾਦ। ਸਾਰਿਆਂ ਨੇ ਗੁਰਫਤਿਹ ਦੀ ਸਾਂਝ ਪਾਉਣੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ